परम सत्कारयोग साध संगत जी, अपनी अपनी मन बिरत ਨੂੰ ਇਕਾਗਰ ਕਰ ਲਈਏ ਤੇ ਆਖ ਲਈਏ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਗੁਰਸਾਖੀ ਭਾਗ ਪਹਿਲਾ ਵਿੱਚੋਂ ਲਈ ਗਈ ਹੈ। ਸਾਖੀ ਦਾ ਵਿਸ਼ਾ ਹੈ हे ਕਵਿਤਾ ਮੈਂ ਮੁੜ ਆਇਆ ਹਾਂ ਤੇਰੇ ਉੱਚੇ ਦੁਆਰ। ਸੁਰਜੀਤ ਸਿੰਘ ਪਾਤਰ ਦੁਆਰਾ ਲਿਖੀ ਗਈ ਸਾਖੀ ਹੈ। ਅਨੇਕਾਂ ਵਾਰ ਲੁਧਿਆਣੇ ਤੋਂ ਚੰਡੀਗੜ੍ਹ ਗਏ ਤੇ ਆਏ, ਪਰ ਉਸ ਸ਼ਾਮ ਜਾਂਦਿਆਂ ਜਦੋਂ ਭੈਣੀ ਸਾਹਿਬ ਵਾਲਾ ਚੌਕ ਆਇਆ ਤਾਂ ਪਤਾ ਨਹੀਂ ਕਿਉਂ ਇੰਦਰਜੀਤ ਨੇ ਕਾਰ ਭੈਣੀ ਸਾਹਿਬ ਵੱਲ ਮੋੜ ਲਈ। ਇੰਦਰਜੀਤ ਅੰਕੜਾ ਵਿਗਿਆਨ ਦੇ ਹਿਸਾਬ ਦੀ MA ਕਰ ਰਿਹਾ ਸੀ। ਉਦੋਂ ਮੈਂ ਵੀ ਉੱਥੇ ਪੰਜਾਬੀ ਦੀ MA ਕਰ ਰਿਹਾ ਸਾਂ। ਉਨੇ ਦਿਨੀ ਨਕਸਲੀ ਲਹਿਰ ਜ਼ੋਰਾਂ ਤੇ ਸੀ। ਦੁਨੀਆ ਵਿੱਚ ਹੇਠਲੀ ਉੱਤੇ ਲਿਆਉਣ ਦੀਆਂ ਸਕੀਮਾਂ, ਅੱਗ ਵਰਗੀਆਂ ਨਜ਼ਮਾਂ, ਵਿਦਰੋਹੀ ਬੋਲ, ਸਭ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਪ੍ਰਤੀ ਨਫ਼ਰਤ ਤੇ ਹੋਰ। ਇੰਦਰਜੀਤ ਵੀ ਇਸ ਲਹਿਰ ਦਾ ਮੈਂਬਰ ਸੀ ਤੇ ਸਾਡੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਸੀ। ਉਹ ਦਿਨ ਰਾਤ ਦੌੜਿਆ ਫਿਰਦਾ। ਲਹਿਰ ਜਦੋਂ ਖਿੰਡ ਪੁੰਡ ਗਈ ਤਾਂ ਇੰਦਰਜੀਤ ਆ ਕੇ ਆਪਣੇ ਪਿਤਾ ਜੀ ਨਾਲ ਠੇਕੇਦਾਰੀ ਕਰਨ ਲੱਗ ਪਿਆ। ਸਾਵੇ ਪੱਤਰਾਂ ਵਾਲੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਮੈਨੂੰ ਆਪਣੇ ਕੋਲ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੁਲਾ ਲਿਆ, ਜਿੱਥੇ ਉਹ ਪ੍ਰੋਫੈਸਰ ਇਮੀਰੇਟ ਸਨ। ਇੰਦਰਜੀਤ ਤੇ ਮੈਂ ਲੁਧਿਆਣੇ ਫੇਰ ਇਕੱਠੇ ਹੋ ਗਏ। ਇੰਦਰਜੀਤ ਬੜਾ ਪਿਆਰਾ ਤੇ ਖੂਬਸੂਰਤ ਇਨਸਾਨ ਹੈ, ਜ਼ਿੰਦਗੀ ਬਾਰੇ ਬਹੁਤ ਡੂੰਘੀ ਤਰ੍ਹਾਂ ਸੋਚਣ ਵਾਲਾ। ਕਦੀ ਕਦੀ ਉਸ ਨੂੰ ਝੱਲ ਘੂਕਦਾ ਹੈ ਜ਼ਿੰਦਗੀ ਦੀ ਰੂਟੀਨ ਨੂੰ ਤੋੜਨ ਦਾ। ਅੱਜ ਵੀ ਉਸੇ ਦੀਵਾਨਗੀ ਨੇ ਕਾਰ ਭੈਣੀ ਸਾਹਿਬ ਵੱਲ ਮੋੜ ਲਈ। ਭੈਣੀ ਸਾਹਿਬ ਜਾ ਕੇ ਜੋ ਨਜ਼ਾਰਾ ਦੇਖਿਆ ਉਹ ਅਦਭੁਤ ਸੀ। ਬਹੁਤ ਵੱਡੇ ਚਿੱਟੇ ਚੰਦੋਏ ਹੇਠਾਂ ਚਿੱਟੀਆਂ ਚਾਦਰਾਂ ਉੱਤੇ ਚਿੱਟੇ ਵਸਤਰਾਂ ਤੇ ਚਿੱਟੀਆਂ ਦਸਤਾਰਾਂ ਤੇ ਚਿੱਟੀਆਂ ਚੁੰਨੀਆਂ ਵਾਲੀਆਂ ਸੰਗਤਾਂ ਸਜੀਆਂ ਹੋਈਆਂ ਸਨ, ਜਿਵੇਂ ਵੱਡੇ ਵੱਡੇ ਚਿੱਟੇ ਗੁਲਾਬਾਂ ਦੀ ਫਸਲ ਹੋਵੇ। ਤੇ ਮੰਚ ਉੱਤੇ ਸਤਿਗੁਰੂ ਜਗਜੀਤ ਸਿੰਘ ਜੀ ਤੇ ਉਹਨਾਂ ਦੇ ਪਾਸ ਉਸਤਾਦ ਵਲਾਇਤ ਹੁਸੈਨ ਖਾਨ ਸਿਤਾਰ ਵਜਾ ਰਹੇ ਸਨ। ਉਸ ਮੰਤਰ ਮੁਗਧ ਆਲੇ ਦੁਆਲੇ ਵਿੱਚ ਅਸੀਂ ਵੀ ਬੈਠ ਗਏ। ਚੰਨ ਚਾਨਣੀ ਰਾਤ ਸੀ। ਉਸ ਚੰਨ ਚਾਨਣੀ ਰਾਤ ਵਿੱਚ ਵਿਲਾਇਤ ਹੁਸੈਨ ਖਾਨ ਸਾਹਿਬ ਦੀ ਸਿਤਾਰ ਸੁਣਦਿਆਂ ਇਉਂ ਲੱਗਦਾ ਸੀ ਜਿਵੇਂ ਅਸਮਾਨ ਕੋਈ ਬਹੁਤ ਵੱਡਾ ਸੁਰ ਮੰਡਲ ਹੋਵੇ। ਰਿਸ਼ਮਾ ਉਸ ਦੀਆਂ ਤਾਰਾਂ ਹੋਣ ਤੇ ਚੰਨ ਤਾਰੇ ਵੀ ਉਸ ਸਾਜ਼ ਤੇ ਸ਼ਿੰਗਾਰ ਦਾ ਹੀ ਹਿੱਸਾ ਹੋਣ। ਤਾਰਿਆਂ ਦਾ ਝੁਰਮੁਟ ਨਿਖੜਿਆ ਤਾਂ ਅਸੀਂ ਉੱਠੇ ਤੇ ਚੰਡੀਗੜ੍ਹ ਜਾਣ ਦੀ ਥਾਂ ਲੁਧਿਆਣੇ ਨੂੰ ਹੀ ਮੁੜ ਗਏ। ਇੰਦਰਜੀਤ ਆਪਣੇ ਖਾਸ ਅੰਦਾਜ਼ ਵਿੱਚ ਕਹਿਣ ਲੱਗਾ, ਯਾਰ ਆਨੰਦ ਆ ਗਿਆ। ਜੇ ਮੈਂ ਆਪ ਅੱਖੀਂ ਨਾ ਵੇਖਿਆ ਹੁੰਦਾ ਤਾਂ ਮੈਂ ਕਦੀ ਯਕੀਨ ਨਾ ਕਰਦਾ ਕਿ ਕਿਸੇ ਧਾਰਮਿਕ ਸਥਾਨ ਤੇ ਵੀ ਇਹੋ ਜਿਹਾ ਮਾਹੌਲ ਹੋ ਸਕਦਾ ਹੈ। ਮੈਂ ਕਿਹਾ, ਹਾਂ, ਇਹੋ ਲੱਗਦਾ ਸੀ ਕਿਸੇ ਸੁਪਨ ਦੇਸ਼ ਵਿੱਚ ਆ ਗਏ ਹੋਈਏ। ਇੱਕ ਵਾਰ ਫਿਰ ਮੈਂ ਭੈਣੀ ਸਾਹਿਬ ਗਿਆ ਤਾਂ ਉਸਤਾਦ ਅਮਜਦ ਅਲੀ ਖਾਨ ਬੈਠੇ ਤੇ ਉਹਨਾਂ ਦੇ ਦੋਨੋਂ ਬੇਟੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਰੋਦ ਵਜਾ ਰਹੇ ਸਨ। ਇਸ ਤੋਂ ਬਾਅਦ ਮੇਰੇ ਲਈ ਸ਼ਬਦ ਸੰਗੀਤ ਤੇ ਸ਼ਬਦ ਨਾਮਧਾਰੀ ਜਿਵੇਂ ਇੱਕ ਦੂਜੇ ਦੇ ਪਰਿਆਵਾਚੀ ਹੋ ਗਏ। ਜਦੋਂ ਵੀ ਕਿਸੇ ਨਾਮਧਾਰੀ ਨੂੰ ਵੇਖਦਾ ਹਾਂ ਤਾਂ ਮੈਨੂੰ ਰਿਸ਼ਮਾ ਦੀਆਂ ਤਾਰਾਂ ਵਾਲਾ ਅਸਮਾਨੀ ਸੁਰ ਮੰਡਲ ਯਾਦ ਆ ਜਾਂਦਾ ਹੈ। ਉਹ ਚੰਨ ਚਾਨਣੀ ਰਾਤ ਯਾਦ ਆ ਜਾਂਦੀ ਹੈ। ਚਿੱਟੇ ਗੁਲਾਬਾਂ ਦੀ ਫਸਲ ਯਾਦ ਆ ਜਾਂਦੀ ਹੈ। ਸੰਗੀਤ ਨੂੰ ਸਿੱਖ ਧਰਮ ਵਿੱਚ ਬਹੁਤ ਉੱਚੀ ਥਾਂ ਪ੍ਰਾਪਤ ਹੈ। ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸੰਗੀ ਮਰਦਾਨੇ ਰਬਾਬੀ ਦੀ ਗਵਾਹੀ ਦਿੰਦੀਆਂ ਹਨ ਤੇ ਬਾਣੀ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਇਸ ਆਦੇਸ਼ ਦੀ ਵੀ ਕਿ ਮਰਦਾਨਿਆਂ ਰਬਾਬ ਵਜਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਰਗੀਕਰਨ ਰਾਗਾਂ ਵਿੱਚ ਹੈ। ਇਹੀ ਨਹੀਂ, ਗੁਰੂ ਨਾਨਕ ਦੇਵ ਜੀ ਤਾਂ ਇਹ ਵੀ ਕਹਿੰਦੇ ਹਨ ਕਿ ਸਾਰਾ ਬ੍ਰਹਮੰਡ ਹੀ ਗਾ ਰਿਹਾ ਹੈ। ਗਾਵੇ ਖੰਡ ਮੰਡਲ ਵਰਮੰਡਾ ਕਰ ਕਰ ਰੱਖੇ ਤਾਰੇ। ਗੁਰੂ ਨਾਨਕ ਦੇਵ ਜੀ ਤਾਂ ਉੱਚਤਮ ਅਧਿਆਤਮ ਅਵਸਥਾ ਦਾ ਬਿਆਨ ਵੀ ਅਨਹਦ ਵਾਜੇ ਕਹਿ ਕੇ ਕਰਦੇ ਸਨ। ਇਉਂ ਪ੍ਰਤੀਤ ਹੁੰਦਾ ਹੈ ਕਿ ਸੰਗੀਤ ਗੁਰੂ ਸਾਹਿਬਾਨ ਮੁਤਾਬਕ ਸਿਰਫ ਇੱਕ ਕਲਾ ਨਹੀਂ, ਇੱਕ ਫਲਸਫਾ ਹੈ। ਜਿੱਥੇ ਹਿੰਦੂ ਧਰਮ ਵਿੱਚ ਮਿੱਤ ਪ੍ਰਧਾਨ ਹੈ,
पर गुरु नानक देव जी ने अपने जीवन ते रचना विच ਥਾਂ-ਥਾਂ ਮਿੱਥਾਂ ਦਾ ਖੰਡਨ ਕੀਤਾ ਹੈ। ਮਿਥਿਹਾਸ ਤਰਕ ਵਿਰੋਧੀ ਹੁੰਦਾ ਹੈ, ਇਸ ਲਈ ਅੰਧ ਵਿਸ਼ਵਾਸ ਪੈਦਾ ਕਰ ਸਕਦਾ ਹੈ, ਪਰ ਨਾਲ ਹੀ ਗੁਰੂ ਸਾਹਿਬਾਨ ਤਰਕ ਨੂੰ ਹੀ ਸੀਮਾ ਨਹੀਂ ਮੰਨਦੇ ਹਨ। ਅਨੇਕਾਂ ਅਨੁਭਵ ਤਰਕ ਤੋਂ ਪਰਲੇ ਵੀ ਹੁੰਦੇ ਹਨ। ਇਸ ਸੱਚ ਨੂੰ ਸਭ ਤੋਂ ਚੰਗੀ ਤਰ੍ਹਾਂ ਸੰਗੀਤ ਸਮਝ ਸਕਦਾ ਹੈ, ਕਿਉਂਕਿ ਸੰਗੀਤ ਤਰਕ ਵਿਰੋਧੀ ਹੋਣ ਤੋਂ ਬਿਨਾਂ ਹੀ ਤਰਕ ਤੋਂ ਪਾਰ ਜਾ ਸਕਦਾ ਹੈ। ਸੰਗੀਤ ਅੰਧ ਵਿਸ਼ਵਾਸ ਨਹੀਂ ਪੈਦਾ ਕਰਦਾ, ਪਰ ਇਹ ਸੋਚ ਨੂੰ ਤਰਕ ਤੋਂ ਪਾਰ ਦੀ ਥਾਂ ਵੀ ਦਿੰਦਾ ਹੈ। ਸੰਗੀਤ ਅਕਥ ਨੂੰ ਵੀ ਕਹਿੰਦਾ ਹੈ। ਸਾਡੇ ਅਨੇਕਾਂ ਭਾਵ ਹਨ ਜਿਹੜੇ ਸਾਡੇ ਤਨ ਮਨ ਵਿੱਚ ਤਰੰਗਿਤ ਹੁੰਦੇ ਹਨ। ਇਹ ਉਹ ਸ਼ਬਦਾਂ ਦੀ ਪਕੜ ਵਿੱਚ ਨਹੀਂ ਆਉਂਦੇ, ਉਹ ਤਰੰਗਾਂ ਦੇ ਰੂਪ ਵਿੱਚ ਹੁੰਦੇ ਹਨ। ਇੱਕ ਕੰਪਨ ਦੇ ਰੂਪ ਵਿੱਚ, ਇੱਕ ਖਾਮੋਸ਼ ਰਾਗ ਦੇ ਰੂਪ ਵਿੱਚ ਗਾਇਨ ਸ਼ਬਦ ਦੇ ਉਰਾਰ ਤੇ ਪਾਰ ਦੀਆਂ ਤਰੰਗਾਂ ਵੀ ਆਪਣੇ ਵਿੱਚ ਸ਼ਾਮਲ ਕਰ ਲੈਂਦਾ ਹੈ। ਗਾਇਨ ਮਾਨਵੀ ਤਨ ਮਨ ਦੀਆਂ ਤਰੰਗਾਂ ਦਾ ਸਭ ਤੋਂ ਨਜ਼ਦੀਕੀ ਤਰਜਮਾਨ ਹੈ। ਸ਼ਾਇਦ ਇਸ ਲਈ ਕਬੀਰ ਸਾਹਿਬ ਕਹਿੰਦੇ ਹਨ ਕਿ ਮੇਰੀ ਕਾਇਆ ਇੱਕ ਰੱਬ ਹੈ, ਮੇਰੀਆਂ ਰੰਗਾਂ ਇਸ ਦੀਆਂ ਤਾਰਾਂ ਹਨ। ਕਬੀਰ ਸਭ ਰਗ ਤੰਤ ਰਬਾਬ, ਤਨ ਬਿਰਹਾ ਵਜਾਵੇ ਨਿਤ, ਔਰ ਨਾ ਕੋ ਸੁਨ ਸਕੇ ਜਾਂ ਸਾਈ ਜਾਂ ਚਿਤ। ਪਰ ਹਰੀ ਨੇ ਕਿਹਾ ਹੈ ਕਿ ਹਰੇਕ ਸ਼ਬਦ ਬਣਨ ਤੋਂ ਪਹਿਲਾਂ ਇੱਕ ਕੰਪਨ ਹੈ। ਨਾਮਧਾਰੀ ਦਰਬਾਰ ਨੇ ਸਿੱਖ ਧਰਮ ਦੀ ਇਸ ਵਿਲੱਖਣਾ ਨੂੰ ਸਭ ਸੰਪਰਦਾਵਾਂ ਤੋਂ ਜ਼ਿਆਦਾ ਸ਼ਿੱਦਤ, ਲਗਨ ਤੇ ਸਿਆਣਪ ਨਾਲ ਆਪਣੇ ਵਿੱਚ ਸਮੋਇਆ ਹੈ। ਹੋਰ ਕਿਸੇ ਥਾਂ ਮੈਂ ਸੰਗੀਤ ਦੇ ਗਾਇਨ ਪ੍ਰਤੀ ਇੰਨਾ ਪਿਆਰ ਤੇ ਜਾਗਰੂਕਤਾ ਨਹੀਂ ਦੇਖੀ। ਇਸੇ ਲਈ ਭਾਰਤ ਦੇ ਸਾਰੇ ਸੰਗੀਤਕਾਰ ਇਸ ਦਰਬਾਰ ਵਿੱਚ ਆ ਕੇ ਸ਼ੀਸ਼ ਨਿਵਾਉਣਾ ਜ਼ਿਆਰਤ ਸਮਾਨ ਸਮਝਦੇ ਹਨ। ਇਸੇ ਸਦਕਾ ਮੈਂ ਵਾਰ-ਵਾਰ ਇਸ ਦਰਬਾਰ ਵੱਲ ਖਿੱਚਿਆ ਜਾਂਦਾ ਹਾਂ ਤੇ ਇਸੇ ਲਈ ਜਦੋਂ ਮੈਂ ਪਹਿਲੀ ਵਾਰੀ ਸਤਿਗੁਰੂ ਜਗਜੀਤ ਸਿੰਘ ਜੀ ਦਰਸ਼ਨਾਂ ਨੂੰ ਗਿਆ, ਮੈਨੂੰ ਕੁਝ ਸੁਣਾਉਣ ਦਾ ਆਦੇਸ਼ ਹੋਇਆ ਤਾਂ ਮੇਰੇ ਮਨ ਵਿੱਚ ਮੇਰੀ ਇਹੀ ਗਜ਼ਲ ਆਪ ਮੁਹਾਰੇ ਹੋਈ। ਇਹ ਨੇ ਸਾਜ ਸਾਜਨ ਹਵਾਜ਼ ਤੂੰ ਤੇ ਫਿਜ਼ਾ ਨੂੰ ਧੁਨ ਦੀ ਉਡੀਕ ਹੈ, ਤੇਰੇ ਪੋਟਿਆਂ ਤੇ ਸੁਰਾਂ ਦੇ ਵਿੱਚ ਕਿਹੇ ਫਾਸਲੇ ਕਿਹੀ ਲੀਕ ਹੈ। ਇਹ ਜੋ ਕਹਿ ਰਹੀ ਹੈ ਰਬਾਬ ਸੁਣ, ਜੋ ਸੁਖਨ ਸੁਣਾਏ ਰਬਾਬ ਸੁਣ, ਤੂੰ ਇਹ ਸੁਣ ਕੇ ਫਿਰ ਮੇਰੇ ਕੁਫਰ ਨੂੰ ਜੋ ਸਜ਼ਾ ਸੁਣਾਏ ਸੋ ਠੀਕ ਹੈ। 1998 ਵਿੱਚ ਮੈਂ ਬਹੁਤ ਬਿਮਾਰ ਹੋ ਗਿਆ। CMC ਦੀ ਵਿੱਚ ਦਾਖਲ ਹੋਇਆ। ਅਜੇ ਪਹਿਲਾ ਦਿਨ ਹੀ ਸੀ ਕਿ ਮੈਂ ਆਪਣੀ ਨੀਮ ਬੇਹੋਸ਼ੀ ਵਿੱਚੋਂ ਜਾਗਿਆ ਤਾਂ ਮੈਨੂੰ ਲੱਗਾ ਜਿਵੇਂ ਨਾਮਧਾਰੀ ਦਰਬਾਰ ਵਿੱਚ ਦੇਖੀ ਪਹਿਲੀ ਚਾਨਣੀ ਰਾਤ ਦਾ ਕੋਈ ਹਿੱਸਾ ਮੇਰੇ ਰੂਬਰੂ ਹੋਵੇ। ਚਿੱਟੇ ਦਸਤਾਰਿਆਂ ਵਾਲੇ 5 ਨਾਮਧਾਰੀ ਸਿੰਘ ਮੇਰੇ ਲਈ ਸਤਿਗੁਰਾਂ ਦੇ ਪਿਆਰ ਦਾ ਆਸ਼ੀਸ਼ ਤੇ ਸੁਨੇਹਾ ਲੈ ਕੇ ਆਏ। ਉਸ ਸੁਨੇਹੇ ਨੇ ਮੇਰੇ ਨਿਰਾਸ਼ ਮਨ ਨੂੰ ਫਿਰ ਜ਼ਿੰਦਗੀ ਵੱਲ ਮੋੜ ਲਿਆਂਦਾ। ਮੇਰੇ ਠੀਕ ਹੋਣ ਬਾਅਦ ਸਤਿਗੁਰੂ ਜੀ ਆਪ ਵੀ ਮੇਰੇ ਘਰ ਪਧਾਰੇ। ਉਪਕਾਰ ਕੋਲੋਂ ਗੀਤ ਸੁਣਿਆ। ਪਤਾ ਨਹੀਂ ਕਿਉਂ ਮੇਰੀਆਂ ਅੱਖਾਂ 'ਚੋਂ ਨੀਰ ਠੱਲਿਆ ਨਹੀਂ ਸੀ ਜਾ ਰਿਹਾ। ਉਹ ਅਥਰੂ ਖੁਸ਼ੀ ਦੇ ਸਨ, ਪਿਆਰ ਦੇ ਸਨ, ਸ਼ੁਕਰਾਨੇ ਦੇ ਸਨ। ਉਹਨਾਂ ਅਥਰੂਆਂ ਰਾਹੀਂ ਮੈਂ ਦੂਰ ਇਤਿਹਾਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਮਹਾਨ ਯੋਗਦਾਨ ਨੂੰ ਦੇਖ ਰਿਹਾ ਸਾਂ, ਜਿਨ੍ਹਾਂ ਵਰਗਾ ਦੂਰਦਰਸ਼ੀ ਤੇ ਵਿਅਨਰੀ ਮਹਾਪੁਰਖ ਉਹਨਾਂ ਦੇ ਸਮਿਆਂ ਤੋਂ ਉਸ ਤੋਂ ਬਾਅਦ ਵੀ ਦਿਖਾਈ ਨਹੀਂ ਦਿੰਦਾ। ਜਿਸ ਨਾਮਿਲਵਰਤਨ ਲਹਿਰ ਸੀ ਗੱਲ ਗਾਂਧੀ ਜੀ ਨੇ ਬਹੁਤ ਸਾਲਾਂ ਬਾਅਦ ਕੀਤੀ। ਉਸ ਨੂੰ ਬੇਮਿਸਾਲ ਸਫਲਤਾ ਨਾਲ ਸ਼ੁਰੂ ਕਰਨ ਤੇ ਚਲਾਉਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਸਨ। ਜਦੋਂ ਮੈਂ ਸਿਹਤ ਆਬ ਹੋਣ ਤੋਂ ਬਾਅਦ ਪਹਿਲੀ ਵਾਰੀ ਨਾਮਧਾਰੀ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਮੈਂ ਜੋ ਗੀਤ ਪੜ੍ਹਿਆ ਉਹ ਸੰਗੀਤ ਤੇ ਸ਼ਬਦ ਦੇ ਉਸ ਸੰਗਮ ਲਈ ਅਭਿਨੰਦਨ ਸੀ ਜੋ ਮਹਾਨ ਸਿੱਖ ਪਰੰਪਰਾਵਾਂ ਨੂੰ ਸਾਂਭਣ ਵਾਲੇ ਨਾਮਧਾਰੀ ਦਰਬਾਰ ਦੀ ਪਹਿਚਾਣ ਬਣ ਚੁੱਕਾ ਹੈ। ਇਸ ਸੰਗਮ ਤੇ ਮੇਰੀਆਂ ਇਹ ਸਤਰਾਂ ਇਸ ਪ੍ਰਤੀ ਸਤਿਕਾਰ ਭਰਿਆ ਸ਼ੁਕਰਾਨਾ ਕਰਦੀਆਂ ਹੀ ਹਨ। ਹੇ ਕਵਿਤਾ, ਮੈਂ ਮੁੜ ਆਇਆ ਹਾਂ ਤੇਰੇ ਉੱਚੇ ਦੁਆਰ, ਜਿੱਥੇ ਹਰਦਮ ਸਰਗਮ ਗੂੰਜੇ ਹਰ ਗਮ ਦਏ ਨਿਵਾਰ। ਅਥਰੂ ਜਿੱਥੇ ਚੜਨ ਚੜਾਵਾ, ਜਾਂ ਸਿਸਕੀ ਜਾਂ ਓਕੇ ਹਾਵਾ,
ਦੁਖੜੇ ਦੇ ਕੇ ਮੁਖੜੇ ਲੈ ਜਾਓ ਗੀਤਾਂ ਦੇ ਸ਼ਿੰਗਾਰ। ਰਾਤ ਦੇ ਟੇਪੇ ਸਰਦਲ ਕਿਰਦੇ ਜ਼ਖਮੀ ਹੋ ਪੰਛੀ ਡਿੱਗਦੇ। ਤੂੰ ਛੂਹੇ ਤਾਂ ਫਿਰ ਉੱਡ ਪੈਂਦੇ ਬਣ ਗੀਤਾਂ ਦੀ ਡਾਰ। ਤੇਰੀਆਂ ਪੌੜੀਆਂ ਸੱਚੀਆਂ ਸੁੱਚੀਆਂ ਹੌਕੇ ਤੋਂ ਹਾਸੇ ਤੱਕ ਉੱਚੀਆਂ। ਆਪਣੇ ਹੌਕੇ ਤੇ ਹੱਸ ਸਕੀਏ ਵਰਦੇ ਦੇਵਨਹਾਰ। ਹੇ ਕਵਿਤਾ ਮੈਂ ਮੁੜ ਆਇਆ ਹਾਂ ਤੇਰੇ ਉੱਚੇ ਦਰਬਾਰ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਿ ਸ਼੍ਰੀ ਅਕਾਲ।